ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਮੈਂ ਤੇ ਟਰੱਕ ਦੀ ਸੇਫਟੀ ਬਾਰੇ ਇੱਕ ਦੱਸਣਾ ਸੀਗਾ। ਜ਼ਰੂਰ। ਇਹਦੇ ਸਾਡਾ ਜਿੱਦਾਂ ਟਰੈਕਿੰਗ ਦੇ ਆਉਂਦੇ ਆ ਨਾ, ਇਹਨਾਂ ਦੇ ਐਪਲ ਦੇ ਟਰੈਕਰ ਆਉਂਦੇ ਆ, ਮੇਰੇ ਖਿਆਲ ਨਾਲ $40-50 ਦੇ 2 ਹੈਗੇ ਆ। ਇੱਕ ਟਰੱਕ 'ਚ ਰੱਖ ਦਿਓ, ਇੱਕ ਟ੍ਰੇਲਰ 'ਚ ਰੱਖ ਦਿਓ, ਆਪਣੇ ਫੋਨ ਨਾਲ ਕਨੈਕਟ ਕਰ ਦਿਓ, ਕਾਫੀ ਹੈਲਪਫੁਲ ਹੈਗੇ ਆ। ਕੋਈ ਪ੍ਰੋਬਲਮ ਹੋ ਜਾਂਦੀ ਹੈ। ਹਾਂਜੀ ਹਾਂਜੀ, ਮੈਂ ਲੈ ਕੇ ਰੱਖੇ, ਬੱਚਿਆਂ ਨੇ ਦਿੱਤੇ ਸੀ ਮੈਨੂੰ, ਬੜੇ ਯੂਜ਼ਫੁਲ ਹੈਗੇ ਆ। ਕਿਤੇ ਵੀ ਹੋਵੇ ਟਰੱਕ ਤੁਹਾਡਾ ਪਤਾ ਲੱਗ ਜਾਂਦਾ ਕਿਹੜੇ ਲੋਕੇਸ਼ਨ 'ਚ ਖੜਾ ਹੈਗਾ ਜੀ। ਚਲੋ ਬਹੁਤ ਵਧੀਆ ਜੀ ਜੀ, ਥੈਂਕ ਯੂ ਜੀ ਮਿਹਰਬਾਨੀ। ਸੋ ਆਮ ਪ੍ਰੀਟੀ ਸ਼ੋਰ ਕਮਰਸ਼ੀਅਲ ਇਹਦੇ ਸੋਲਿਊਸ਼ਨਸ ਵੀ ਹੁੰਦੇ ਹੋਣੇ ਆ ਰਮਨ ਜੀ, ਜਿਹੜੇ ਇੱਦਾਂ ਫਾਈਂਡ ਕਰਨ ਦੇ ਲਈ ਕੋਈ ਟੇਲ ਲਾਈਟਾਂ ਦੇ ਵਿੱਚ ਹੁੰਦਾ, ਕੋਈ ਕਿਤੇ ਲਗਾ ਲਕੂ ਕੇ ਵੀ ਜਿਹੜਾ ਪਤਾ ਨਾ ਲੱਗੇ, ਰਾਈਟ? ਹਾਂਜੀ, ਕਾਫੀ ਕੁਛ ਹੈਗਾ ਜੀ ਇਹਦੇ ਵਿੱਚ। ਜਿਹੜੇ ਅੱਜ ਕੱਲ ਐਸਿਡ ਟਰੈਕਿੰਗ ਹੈਗੀ ਆ, ਉਹ ਤੁਹਾਡੇ ਕਾਫੀ ਐਡਵਾਂਸ ਹੋ ਚੁੱਕੀ ਆ। ਜਿਹੜਾ ਟਰੱਕ ਹੈਗਾ ਉਹ ਤਾਂ ਮੈਨੂਫੈਕਚਰ ਉਹਦੀ ਇੰਜਨ ਦੇ ਵਿੱਚ ਵੀ ਜਿਹੜਾ ਹੁੰਦਾ ਆ, ਉਹ ਮੈਨੂਫੈਕਚਰ ਉਸ ਤੋਂ ਵੀ ਉਹ ਡਿਟੈਕਟ ਕਰ ਸਕਦਾ ਹੈਗਾ ਕਿ ਟਰੱਕ ਕਿੱਥੇ ਹੈਗਾ। ਬਟ ਟਰੱਕ ਦੇ ਵਿੱਚ ਤਾਂ ਹੁਣ ਕਾਫੀ ਜਿਹੜੇ ਪੁਰਜੇ ਹੈਗੇ ਆ ਉਹ ਲੱਗ ਚੁੱਕੇ ਆ ਔਰ ਆ ਰਹੇ ਹੈਗੇ ਆ ਆਉਣ ਵਾਲੇ ਸਮੇਂ 'ਚ। ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਕਈ ਵਾਰੀ ਜਿਹੜੀਆਂ ਟ੍ਰੈਡੀਸ਼ਨਲ ਜਿਹੜੀਆਂ ਮੈਨੂਫੈਕਚਰ ਕੋਲੋਂ ਆਉਂਦੀਆਂ ਜਾਂ ਕੋਈ ਆਪ ਲਾਉਂਦੇ ਆ, ਤੇ ਉਹ ਜਿਹੜਾ ਕੋਈ ਇੱਦਾਂ ਚੋਰੀ ਕਰਨ ਵਾਲਾ ਹੁੰਦਾ, ਉਹ ਜਲਦੀ ਫਟਾਫਟ ਉਹਨੂੰ ਪਤਾ ਹੁੰਦਾ ਕਿੱਥੇ ਲੱਗੀਆਂ ਆ। ਸੋ ਪਹਿਲਾਂ ਸਾਰਿਆਂ ਨਾਲੋਂ ਉਹ ਹਟਾਉਂਦਾ ਆ। ਸੋ ਜਿਹੜੀਆਂ ਹੁਣ ਭਾਜੀ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਠੀਕ ਆ, ਉਹ ਤੁਹਾਡੀਆਂ ਪਰਸਨਲ ਹੈਗੀਆਂ, ਤੁਸੀਂ ਕਿੱਥੇ ਰੱਖੀਆਂ ਪਤਾ, ਉੱਦਾਂ ਦੀ ਚੀਜ਼ ਬੈਨੀਫਿਟ ਕਰ ਜਾਂਦੀ ਕਈ ਵਾਰੀ ਤੁਹਾਨੂੰ ਐਕਸਟਰਾ ਲਾਈ ਹੋਈ, ਐਕਸਟਰਾ ਕੀਤੀ ਹੋਈ। ਪਰ ਇਹ ਆ ਕਿ ਜਿਹੜੀ ਐਸਿਡ ਟਰੈਕਿੰਗ ਹੈਗੀ ਆ, ਉਹ ਜਿਹੜੀਆਂ ਵੱਡੀਆਂ ਕੰਪਨੀਆਂ ਜਿਹਨਾਂ ਕੋਲ 50, 60, 100, 1000 ਟ੍ਰੇਲਰ ਹੈਗਾ, ਉਹਨਾਂ ਦੇ ਵੀ ਇੱਦਾਂ ਕਰਨਾ ਜਿਹੜਾ ਉਹ ਬਹੁਤ ਔਖਾ ਹੈਗਾ। ਸੋ ਉਹਨਾਂ ਨੂੰ ਜਿਹੜੀਆਂ ਕਮਰਸ਼ਲੀ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਯੂਜ਼ ਕਰਨੀਆਂ ਪੈਂਦੀਆਂ। ਜੀ ਜੀ ਬਿਲਕੁਲ। ਸੋ ਜੇ ਤੁਸੀਂ ਵੀ ਕੋਈ ਆਪਣੇ ਵਿਚਾਰ ਜਾਂ ਕੋਈ ਸਵਾਲ ਸਾਂਝਾ ਕਰਨਾ ਤਾਂ ਕਾਲ ਕਰ ਸਕਦੇ ਹੋ। ਨੰਬਰ 408-272 5200 408-272 ਦੇ ਉੱਤੇ ਕਾਲ ਕਰ ਸਕਦੇ ਹੋ ਜੀ। ਹਰਜੋਤ ਬਾਕੀ ਰਾਜਕਰਨ ਜਿਹੜੀ ਆਪਣੀ ਕੰਪਨੀ ਹੈਗੀ ਆ, ਆਪਣੀ ਅਟੋਨਮਸ ਕੰਪਨੀ ਸੀਗੀ ਟੂ ਸਿੰਪਲ, ਉਹਨਾਂ ਦੀ ਵੀ ਜਿਹੜੀ ਥੋੜਾ ਹੋ ਗਿਆ ਨੈਵਿਸਟਾਰ ਦੇ ਨਾਲ। ਸੋ ਜਿਹੜੀ ਪਾਰਟਨਰਸ਼ਿਪ ਸੀ ਉਹ ਬ੍ਰੋਕ ਡਾਊਨ ਹੋ ਗਈ ਆ। ਸੋ ਇਹ ਜਿਹੜੀ ਨੈਵਿਸਟਾਰ ਨੇ ਉਹਨਾਂ ਦਾ ਟਰੱਕ ਮੈਨੂਫੈਕਚਰ ਕਰਨਾ ਸੀਗਾ, ਪਰ ਨੈਵਿਸਟਾਰ ਬੈਕਆਊਟ ਹੋ ਗਿਆ ਉਹਦੇ ਵਿੱਚੋਂ। ਤੇ ਇਸ ਵੇਲੇ ਜਿਹੜੀ ਟੂ ਸਿੰਪਲ ਹੈਗੀ ਆ ਉਹ ਕਾਫੀ ਕਹਿੰਦੇ ਮਾੜੇ ਸਮੇਂ 'ਚੋਂ ਨਿਕਲ ਰਹੀ ਆ। ਪਰ ਡੈਫੀਨੇਟਲੀ ਉਹਨਾਂ ਦੀ ਜਿਹੜੀ ਇਸ ਵੇਲੇ ਬੁੱਕ ਹੈਗੀ ਆ ਉਹ ਕਾਫੀ ਹੈਵੀ ਹੈਗੀ ਆ। ਮੇਰੇ ਖਿਆਲ 1 ਬਿਲੀਅਨ ਦੀ ਬੈਲੈਂਸ ਸ਼ੀਟ ਹੈਗੀ ਉਹਨਾਂ ਦੀ। ਇਹਨਾਂ ਦਾ CEO ਫੜਿਆ ਗਿਆ ਸੀ ਨਾ ਇਨਵੈਸਟੀਗੇਸ਼ਨ ਦੇ ਵਿੱਚ ਟੂ ਸਿੰਪਲ ਦਾ। ਉਹ ਚਾਈਨਾ ਦੇ ਵਿੱਚ ਪੈਰਲਲੀ ਇਹੀ ਚੀਜ਼ ਜਿਹੜੀ ਉਹ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਸੀ। ਸੋ ਹੁਣ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਵਾਲਿਆਂ ਨੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ। ਟੂ ਸਿੰਪਲ ਵਾਲਿਆਂ ਦਾ ਜਿਹੜਾ ਉਹ CEO ਆ, ਉਹਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀਗਾ। ਇਹ ਨਿਕਲਾ ਵਾਲਿਆਂ ਨੇ ਤੇ ਢਲਾਨ ਤੋਂ ਟਰੱਕ ਤੋੜ ਕੇ ਤੇ ਲੋਕਾਂ ਨੂੰ ਭੁਲੇਖਾ ਪਾਇਆ ਸੀਗਾ। ਆਲਦੋ ਉਹਨਾਂ ਨੇ ਡਿਲੀਵਰ ਕਰਤਾ ਹੈ, ਕਹਿੰਦੇ ਆਪਣੇ ਜਿਹੜਾ ਇੱਕ ਅੱਧਾ ਟਰੱਕ ਜਿਹੜੇ ਡਿਲੀਵਰੀ ਉਹਨਾਂ ਨੇ ਸ਼ੁਰੂ ਕੀਤੀ ਹੈ ਨਿਕਲੋ ਵਾਲਿਆਂ ਨੇ, ਤੇ ਇਲੈਕਟ੍ਰਿਕ ਟਰੱਕਾਂ ਦੇ ਵਿੱਚ। ਤੇ ਇਹ ਹੋਰ ਮਸਲੇ ਦੇ ਵਿੱਚ ਫਸਿਆ ਆ। ਉਧਰ ਇਨਸਾਈਡਰ ਕਰਕੇ ਕੁਛ ਸੀਗੀ, ਉਹਨਾਂ ਨੂੰ 500 ਮਿਲੀਅਨ ਦੀ ਨਵੀਂ ਫੰਡਿੰਗ ਜਿਹੜੀ ਸੀਰੀਜ਼ C ਦੇ ਵਿੱਚ ਆਟੋਨਮਸ ਟਰੱਕਿੰਗ ਦੇ ਲਈ ਜਿਹੜੀ ਉਹ ਮਿਲੀ ਆ। ਸੋ ਆਈ ਥਿੰਕ ਬਿਲਕੁਲ ਸਵੀਡਿਸ਼ ਕੰਪਨੀ ਆ ਇਨਰਾਈਡ, ਉਹਨਾਂ ਨੂੰ $500 ਮਿਲੀਅਨ ਦੀ ਫਾਈਨੈਂਸਿੰਗ ਆਟੋਨੋਮਸ ਟਰੱਕਿੰਗ ਦੇ ਲਈ ਮਿਲੀ ਆ। ਸੋ ਆਟੋਨੋਮਸ ਟਰੱਕਿੰਗ ਦਾ ਜਿਹੜਾ ਜ਼ੋਰ ਆ, ਇਹ ਇਕੱਲਾ USA 'ਚ ਨਹੀਂ, ਬਾਹਰਲੇ ਹੋਰ ਮੁਲਕਾਂ ਦੇ ਵਿੱਚ ਵੀ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਜੀ। ਆਪਣੇ ਨਾਲ ਜੁੜੇ ਨੇ ਕਰਮਜੀਤ ਜੀ, ਸਤਿ ਸ਼੍ਰੀ ਅਕਾਲ। ਲਾਈਨ ਉਹਨਾਂ ਦੀ ਡ੍ਰੌਪ ਹੋ ਗਈ। ਸੋ ਤੇ ਤੁਸੀਂ ਵੀ ਜੇ ਕਾਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਆ 408-272 5200 408-272 ਹਰਜੋਤ ਜੀ, ਰਮਨ ਜੀ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਹੜੀ ਆਟੋਨੋਮਸ ਟਰੱਕਿੰਗ ਆ, ਜਿੱਦਾਂ ਹੁਣ ਆਪਾਂ ਇਲੈਕਟ੍ਰਿਕ ਟਰੱਕਸ ਦੀ ਆਮਦ ਦੇਖ ਰਹੇ ਹਾਂ, ਆਪਾਂ ਨੂੰ ਦੱਸਦੇ ਪਏ ਆ ਵੀ ਟੈਸਲਾ ਵਾਲਿਆਂ ਨੇ ਇੰਨਾ ਜਿਹੜਾ ਰਨ ਕੀਤਾ ਆ, ਡਾਟਾ ਇਕੱਠਾ ਕਰ ਰਹੇ ਆ। ELD ਦਾ ਡਾਟਾ ਜਿਹੜਾ ਉਹ ਇਕੱਠਾ ਹੋ ਰਿਹਾ, ਇਵੈਂਚੁਅਲੀ ਇਹਨਾਂ ਕੰਪਨੀਜ਼ ਨੇ ਜਿਹੜਾ ਯੂਜ਼ ਕਰਨਾ ਆ। ਜਿਹੜੀ AI ਆ, ਫਿਰ ਆਟੋਨੋਮਸ ਟਰੱਕਿੰਗ ਜਿਹੜੀ ਆ ਉਹ ਨੈਕਸਟ ਸਟੈਪ ਉਸ ਤੋਂ ਜਿਹੜਾ ਉਹ ਹੋਊਗਾ। ਤੇ ਪਿਛਲੇ ਕਈ ਸਾਲਾਂ ਤੋਂ ਇਸ ਦੀ ਜਿਹੜੀ ਉਹ ਚੱਲ ਰਹੀ ਆ। ਆਪਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੇਖ ਰਹੇ ਹਾਂ ਜਿਹੜੀਆਂ ਆਟੋਨੋਮਸਲੀ ਸੈਂਸਰਸ ਉਸ ਦੇ ਨਾਲ ਜਿਹੜੀਆਂ ਉਹ ਚੱਲਦੀਆਂ ਨੇ, ਚਾਹੇ ਜਹਾਜ਼ ਹੋਵੇ ਤੇ ਚਾਹੇ ਹੋਰ ਚੀਜ਼ਾਂ ਜਿਹੜੀਆਂ ਹੋਣ। ਤੇ ਇੱਕ ਇਹਦੇ ਵਿੱਚ ਮੈਨੂੰ ਲੱਗਦਾ ਆਟੋਨੋਮਸ ਟਰੱਕਿੰਗ ਦੇ ਵਿੱਚ ਸਭ ਤੋਂ ਵੱਡਾ ਚੀਜ਼ ਜਿਹੜੀ ਇਹ ਆ ਵੀ ਹੁਣ ਆਵਰਸ ਆਫ ਸਰਵਿਸ ਦੇ ਨਾਲ ਲਿਮਿਟਿਡ ਆ ਟਰੱਕ ਦਾ ਜਿਹੜਾ ਉਹ ਚੱਲਣਾ। ਡਰਾਈਵਰ ਦੇ ਉੱਤੇ ਨਿਰਭਰ ਆ ਵੀ ਕਿੰਨੇ ਘੰਟੇ ਚਲਾ ਸਕਦਾ ਹੈ, ਕਿੱਦਾਂ ਆ, ਕਿਵੇਂ ਆ।
ਤੇ ਜਿਹੜਾ ਇਹ ਡਾਊਨ ਟਾਈਮ ਆ ਟਰੱਕ ਦਾ ਖੜੇ ਹੋਣ ਵਾਲਾ, ਆਟੋਨਮਸ ਟਰੱਕਿੰਗ ਦੇ ਆਉਣ ਦੇ ਨਾਲ ਉਹ ਕਾਫੀ ਹੱਦ ਤੱਕ ਉਹ ਘਟ ਜਾਊਗਾ। ਉਹ ਤਾਂ ਮਸ਼ੀਨ ਉਹਨਾਂ ਨੇ ਚਲਾਈ ਜਾਣੀ, ਧੱਕੀ ਜਾਣੀ ਆ। ਜੇ ਆਟੋਨਮਸ ਟਰੱਕਿੰਗ ਇਵੈਂਚੁਅਲੀ ਕਾਮਯਾਬ ਹੁੰਦੀ ਆ ਤਾਂ ਕੰਪਨੀਆਂ ਜਿਹੜੀਆਂ ਉਹ ਦੇਖਦੀਆਂ ਵੀ ਸਾਡਾ ਡਾਊਨ ਟਾਈਮ ਘੱਟ ਆ ਤੇ ਵੀ ਕੈਨ ਡੂ ਮੋਰ ਲੋਡਸ, ਰਾਈਟ? ਬਿਲਕੁਲ ਰਾਜਕਰਨ, ਇਹਦੇ ਉੱਤੇ ਵੀ ਜਿਹੜਾ ਆਪਣੇ ਨੈਕਸਟ ਮੰਥ ਜਨਵਰੀ 2023 ਦੇ ਵਿੱਚ ਮੇਰੇ ਖਿਆਲ ਐਂਡ ਲਾਸਟ ਵੀਕ ਦੇ ਵਿੱਚ ਪ੍ਰਪੋਜ਼ਡ ਰੂਲ ਮੇਕਿੰਗ ਆਉਣ ਵਾਲੀ ਹੈਗੀ ਆ, ਜਿਹਦੇ ਵਿੱਚ ਕੀ ਕਾਫੀ ਡਿਟੇਲ ਦੇ ਵਿੱਚ ਗੱਲ ਕੀਤੀ ਜਾਊਗੀ ਕਿ ਜਿਹੜੇ ਆਟੋਨਮਸ ਟਰੱਕਸ ਹੈਗੇ ਆ ਜਦੋਂ ਇਹ ਆਉਣੇ ਹੈਗੇ ਆ ਤੇ ਇਹਨਾਂ ਦੀ ਇੰਸਪੈਕਸ਼ਨ ਕਿਵੇਂ ਹੋਣੀ ਆ ਰੋਡ ਦੇ ਉੱਤੇ, ਕਿਉਂਕਿ ਵਿੱਚ ਡਰਾਈਵਰ ਤਾਂ ਹੈ ਨਹੀਂ ਗਾ। ਇੰਸਪੈਕਸ਼ਨ ਹੋਣੀ ਆ, ਇਹਨਾਂ ਦੀਆਂ ਜਿਹੜੀਆਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਤੇ ਕਿੱਦਾਂ ਲਾਗੂ ਹੋਣੀਆਂ ਹੈਗੀਆਂ। ਸੋ ਕਈ ਚੀਜ਼ਾਂ ਦੇ ਉੱਤੇ ਜਿਹੜਾ ਆ ਇਹ ਪ੍ਰਪੋਜ਼ ਰੂਲ ਮੇਕਿੰਗ ਜਿਹੜੀ ਆ ਉਹ ਨੈਕਸਟ ਈਅਰ ਦੇ ਪਹਿਲੇ ਮਹੀਨੇ ਦੇ ਵਿੱਚ ਐਂਡ ਦੇ ਵਿੱਚ ਆਊਗੀ। ਸੋ ਉਹਦੇ ਉੱਤੇ ਵੀ ਜਿਹੜਾ ਆ ਡੈਫੀਨੇਟਲੀ ਆਪਾਂ ਗੱਲ ਕਰਾਂਗੇ ਜਦੋਂ ਆਪਣੀ ਪ੍ਰਪੋਜ਼ ਰੂਲ ਮੇਕਿੰਗ ਪਬਲਿਸ਼ ਹੋਊਗੀ। ਸੋ ਉਹਦੇ ਵਿੱਚ ਵੀ ਇਹੋ ਹੀ ਚੀਜ਼ਾਂ ਹੈ ਕਿ ਜਿਹੜੀਆਂ ਦੇਖੋ ਅਜੇ ਆਟੋਨਮਸ ਜਿਹੜਾ ਨਾ ਇਹ ਟੈਸਟਿੰਗ ਲੈਵਲ ਤੇ ਹੈਗਾ ਆ, ਔਰ ਡੈਫੀਨੇਟਲੀ ਜਿਹੜਾ ਯਾਰਡ ਟੂ ਯਾਰਡ ਕੰਮ ਹੈਗਾ ਜਾਂ ਸ਼ਾਰਟ ਹਾਲ ਹੈਗਾ ਉਹਦੇ ਵਿੱਚ ਸਕਸੈਸਫੁਲ ਹੋ ਸਕਦੇ ਆ ਬੜੀ ਵਧੀਆ ਤਰੀਕੇ ਦੇ ਨਾਲ, ਕਿਉਂਕਿ ਕਾਫੀ ਦਿੱਕਤਾਂ ਆਉਂਦੀਆਂ ਛੋਟੀ ਜਗ੍ਹਾ ਦੇ ਉੱਤੇ, ਜਿੱਦਾਂ ਇੱਕ ਵੇਅਰ ਹਾਊਸ ਕੰਪਲੈਕਸ ਦੇ ਵਿੱਚ ਹੀ ਆ। ਤੇ ਪਰ ਜੇ ਤੁਸੀਂ ਕਹੋ ਕਿ ਲੌਂਗ ਹਾਲ ਦੇ ਵਿੱਚ ਜਾਂ ਹੋਰ ਕਿਸੇ ਚੀਜ਼ਾਂ ਦੇ ਵਿੱਚ, ਕਿਉਂਕਿ ਜਿਹੜਾ ਵੈਦਰ ਹੈਗਾ ਸਟੇਟ ਟੂ ਸਟੇਟ ਵੈਦਰ ਹੈਗਾ ਬਹੁਤ ਡਿਫਰ ਕਰਦਾ ਹੈਗਾ, ਬਹੁਤ ਫਰਕ ਹੈਗਾ। ਤੇ ਇਸ ਕਰਕੇ ਜਿਹੜਾ ਇਹ ਆਟੋਨਮਸ ਟਰੱਕਿੰਗ ਹੈਗੀ ਆ ਇਹਦੇ ਉੱਤੇ ਕਾਫੀ ਕੰਮ ਹੋਣ ਵਾਲਾ ਅਜੇ ਮਤਲਬ ਕਿ ਇੰਸਟੈਡ ਆਫ ਜਸਟ ਟਰੱਕਿੰਗ ਦੇ ਜਿਹੜਾ ਕਿ ਉਹ ਇਕੁਇਪਮੈਂਟ ਦੇ ਉੱਤੇ ਕੰਮ ਹੋਣ ਨਾਲੋਂ ਜਿਹੜਾ ਤੁਹਾਡਾ ਲਾਅ ਮੇਕਿੰਗ ਦਾ ਕੰਮ ਹੈਗਾ ਕਿ ਇਹਦੇ ਵਿੱਚ ਇੰਸ਼ੋਰੈਂਸ ਰੈਗੂਲੇਸ਼ਨਸ ਬਹੁਤ ਕੁਛ ਹੈਗਾ ਜਿਹੜਾ ਕਿ ਅਜੇ ਡਿਸਾਈਡ ਹੋਣਾ ਆ। ਸੋ ਇਸ ਕਰਕੇ ਲੌਂਗ ਹੈਗਾ ਅਜੇ ਕੰਮ ਹੈਗਾ, ਪਰ ਡੈਫੀਨੇਟਲੀ ਆਪਾਂ ਇੱਕ ਸਦੀ ਬਦਲਦੇ ਹੋਏ ਦੇਖ ਰਹੇ, ਇੱਕ ਟਾਈਮ ਬਦਲਦੇ ਹੋਏ ਦੇਖ ਰਹੇ ਹਾਂ, ਜਿਹੜਾ ਕਿ ਮੇਰੇ ਖਿਆਲ ਸ਼ਾਇਦ ਬਹੁਤ ਜਿਹੜੀਆਂ ਜਨਰੇਸ਼ਨਸ ਆ ਉਹਦੇ ਵਿੱਚ ਬਹੁਤ ਘੱਟ ਆਉਂਦਾ ਆ ਜਦੋਂ ਇੰਨਾ ਟਾਈਮ ਜਿਹੜਾ ਬਦਲਦਾ ਆ। ਸੋ ਰਾਈਟ ਨਾਓ ਜੇ ਦੱਸੇ ਜੀ 6 ਲੈਵਲਸ ਦੱਸੇ ਜਾਂਦੇ ਨੇ ਜਿਹੜੀ ਆਟੋਮੇਸ਼ਨ ਦੇ, ਜਿਹੜੀ ਜਦੋਂ ਡਰਾਈਵਿੰਗ ਚ ਆਉਂਦੇ ਆ 0 ਤੋਂ ਲੈ ਕੇ 5 ਤੱਕ, ਨੋ ਆਟੋਮੇਸ਼ਨ ਤੋਂ ਲੈ ਕੇ ਫੁੱਲ ਆਟੋਮੇਸ਼ਨ ਤੱਕ। ਇਸ ਟਾਈਮ ਰਮਨ ਜੀ 4 ਕੰਪਨੀਆਂ ਨੇ ਜਿਹੜੀਆਂ ਲੈਵਲ 4 ਆਟੋਮੇਸ਼ਨ ਦੇ ਉੱਤੇ ਕੰਮ ਕਰ ਰਹੀਆਂ ਨੇ, ਹਾਈ ਡਰਾਈਵਿੰਗ ਆਟੋਮੇਸ਼ਨ। ਸੋ ਬੇਸਿਕਲੀ ਸਟੱਡੀ ਚੱਲ ਰਹੇ ਆ। ਇਵੈਂਚੁਅਲੀ ਜਦੋਂ ਇੱਕ ਵਾਰੀ ਉਹ ਬੈਰੀਅਰ ਬ੍ਰੇਕ ਹੋ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਭਰਮਾਰ ਹੋਣੀ ਆ। ਨਾਵਿਆ ਕਰਕੇ ਇੱਕ ਕੰਪਨੀ ਆ, ਫ੍ਰੈਂਚ ਕੰਪਨੀ ਆ, ਵੇਮੋ ਜਿਹੜੀ ਗੂਗਲ ਵਾਲੀ ਆ, ਅਲਫਾਬੈਟ ਦੀ ਆ, ਮੈਗਨਾ ਜਿਹੜੀ ਕੈਨੇਡੀਅਨ ਆ, ਇੱਕ ਵਾਲਵੋ ਤੇ ਬਾਈਦੂ। ਇਹ ਵੀ ਇਹ ਚਾਰੇ ਜਿਹੜੀਆਂ ਕੰਪਨੀਆਂ ਲੈਵਲ 4 ਆਟੋਮੇਸ਼ਨ ਦੇ ਉੱਤੇ ਜਿਹੜੀਆਂ ਇਸ ਟਾਈਮ ਕੰਮ ਜਿਹੜੀਆਂ ਉਹ ਕਰ ਰਹੀਆਂ ਆ। ਹੁਣ ਟੈਸਲਾ ਵਰਗੀਆਂ ਕੰਪਨੀਆਂ ਦਾ ਤੇ ਹੋਰ ਕਿੰਨੀਆਂ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਸਮ ਲੈਵਲ ਆਫ ਆਟੋਮੇਸ਼ਨ ਜਿਹੜੀ ਉਹਨਾਂ ਨੇ ਐਡ ਜਿਹੜੀ ਉਹ ਕੀਤੀ ਹੈਗੀ ਆ। ਸੋ ਇਹ ਸਾਰੀਆਂ ਟੈਕਨੋਲੋਜੀਜ਼ ਇਵੈਂਚੁਅਲੀ ਜਿਹੜੀਆਂ ਆ ਉਹ ਇਕੱਠੀਆਂ ਹੋ ਕੇ ਇੱਕ ਨਾ ਇੱਕ ਪਾਸੇ ਵੱਲ ਨੂੰ ਜਿਹੜੀਆਂ ਉਹ ਅੱਗੇ ਵਧਣੀਆਂ ਆ। ਅਸੀਂ ਇਹ ਨਹੀਂ ਕਹਿ ਰਹੇ ਵੀ ਕੱਲ ਨੂੰ ਆ ਜਾਣਾ ਜਾਂ ਅਗਲੇ ਸਾਲ ਨੂੰ ਆ ਜਾਣਾ, ਮੇਬੀ 10 ਸਾਲ ਲੱਗ ਜਾਣ, 5 ਲੱਗ ਜਾਣ, 15 ਲੱਗ ਜਾਣ, ਬਟ ਆਪਾਂ ਉੱਧਰਲੇ ਪਾਸੇ ਵੱਲ ਨੂੰ ਹੌਲੀ ਹੌਲੀ ਜਿਹੜੇ ਉਹ ਵੱਧ ਰਹੇ ਹੈਗੇ ਆ। ਤੇ ਮੇਬੀ ਲਾਸਟ ਮਾਈਲ ਡਿਲੀਵਰੀਜ਼ ਜਿਹੜੀਆਂ ਉਹ ਅਜੇ ਬੰਦੇ ਹੀ ਕਰਨਗੇ। ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਉਹਨਾਂ ਦਾ ਬੱਸ ਚੱਲੂਗਾ ਉੱਥੇ ਚਲਾਉਣ ਦੀ ਜਿਹੜੀ ਇਸ ਨੂੰ ਕੋਸ਼ਿਸ਼